ਘੰਟੇ ਵਾਸਤੇ ਬੰਦ ਕੀਤੀਆਂ ਤੇ ਸਰਕਾਰ ਨੂੰ ਹੋਸ਼ ਦਿਵਾਉਣ ਲਈ ਕਰਨ ਡਏ ਆ, ਕਿਉਂਕਿ ਇੰਨੇ ਸਾਰੇ ਮਰੀਜ਼ ਜਿਹੜੇ ਅੰਦਰ ਪਏ ਨੇ, ਸਾਡੀ ਕੌਨਸ਼ੀਅਸ ਅਲਾਉ ਨਹੀਂ ਕਰਦੀ ਕਿ ਅਸੀਂ ਕਿਸੇ ਮਰੀਜ਼ ਨੂੰ ਕਸ਼ਟ ਦੇਈਏ ਜਾਂ ਉਹ ਦੁਖੀ ਹੋਵੇ। ਜੇ ਸਰਕਾਰ ਨੇ ਹੁਣ ਵੀ ਇਹਨਾਂ ਕਰੋਨਾ ਵਾਰੀਅਰ ਦੀ ਗੱਲ ਨਾ ਸੁਣੀ, ਆਉਣ ਲਈ ਵਿਧਾਨ ਸਭਾ ਚੋਣਾਂ 'ਚ ਸਰਕਾਰ ਨੂੰ ਇਹਦਾ ਸਿੱਟਾ ਭੁਗਤਣਾ ਪਏਗਾ। एक MLA एक MP 6-7 ਪੈਨਸ਼ਨਾਂ ਲੈ ਰਿਹਾ, ਕੀ ਗੱਲ ਉਸ ਨਾਲ ਖਜ਼ਾਨੇ ਖਾਲੀ ਨਹੀਂ ਹੁੰਦੇ? ਇਹ ਸਰਕਾਰ ਇਹ ਸਾਨੂੰ ਮੁਲਾਜ਼ਮਾਂ ਨੂੰ ਪੁਰਾਣੀਆਂ ਪੈਨਸ਼ਨਾਂ ਨਹੀਂ ਦਿੰਦੇ, ਨਵੀਆਂ ਪੈਨਸ਼ਨਾਂ ਦੇ ਰਹੇ ਨੇ। ਕਿਉਂ ਦੇ ਰਹੇ ਨੇ? ਸਾਡੇ ਵਾਸਤੇ ਖਜ਼ਾਨੇ ਖਾਲੀ ਨੇ। ਇਹਨਾਂ ਦੀ ਨਲਾਇਕੀ ਕਰਕੇ ਖਜ਼ਾਨਾ ਖਾਲੀ ਹੈ, ਕਿਉਂਕਿ ਇਹਨਾਂ ਦੀਆਂ ਕੋਠੀਆਂ ਪੈ ਗਈਆਂ, ਇਹਨਾਂ ਦੀਆਂ ਕਾਰਾਂ ਦੇ ਚੱਕੇ ਮੋਟੇ ਹੋ ਗਏ, ਇਹਨਾਂ ਦੇ ਬੱਚਿਆਂ ਫੋਰਨਾਂ ਦੇ ਵਿੱਚ ਘੁੰਮਣ ਦੇ ਐਸ਼ਾਂ ਕਰਨ ਡਏ ਨੇ। ਇਹ ਸਾਰਾ ਜਿਹੜਾ ਪੈਸਾ ਹੈ ਉਹ ਸਾਡੇ ਕੋਲ ਕੱਢਣ ਦੇ। ਸਾਡੇ ਟੈਕਸ ਕਦੀ ਮਾਫ ਕੀਤੇ ਆ ਸਰਕਾਰ ਨੇ? D4 न्यूज़ देख रहे तमाम दोस्तों को दीपक भंडारी का नमस्कार। देखिए आज हम पहुंचे हैं गुरु नानक देव हॉस्पिटल में, जहां पर दर्जा 4 कर्मचारी, रेडियोग्राफर, फार्मासिस्ट और जो स्टाफ नर्स है तमाम ये हड़ताल पर हैं और सरकार के खिलाफ ये नारेबाजी कर रहे हैं। इनका कहना है कि पहली बार ऐसा पेश कमीशन आया है कि वेतन बढ़ाने की बजाय कम कर दिया गया है। इनका कहना है कि अगर सरकार ने हमारी मांगों को नहीं माना तो ये जो है सेहत सेवाएं भी ठप करने से पीछे नहीं हटेंगे। यहाँ देख सकते हैं आप किस तरह ये लोग, ये महिलाएं भी बैठी हुई हैं, ये तमाम लोग कर्मचारी हैं। इनका कहना है कि ऐसी सरकार कभी नहीं देखी जो दिए हुए हकों को छीन लेती है। हमारे साथ हैं नर्सिंग एसोसिएशन की, देखिए हमारे साथ हैं पंजाब नर्सिंग एसोसिएशन की जो चेयरपर्सन है राज बेदी। इनसे बात करते हैं कि आखिरकार राज भैन जी, सरकार दा देखो मुर्दाबाद की जा रही है, ਇਹਦਾ ਰੀਜ਼ਨ ਕੀ ਹੈ? ਇਹਦਾ ਰੀਜ਼ਨ ਇਹ ਹੈ ਕਿ ਸਰਕਾਰ ਦੇ ਕੋਲ ਇੰਨੇ ਸਾਲਾਂ ਤੋਂ ਡਿਮਾਂਡਾਂ ਲੈ ਕੇ ਜਾ ਰਹੇ ਆ। ਸਰਕਾਰ ਨੇ ਉਹ ਵੀ ਡਿਮਾਂਡਾਂ ਪੂਰੀਆਂ ਨਹੀਂ ਕੀਤੀਆਂ, ਜਿੱਦਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਜਿੱਦਾਂ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨਾ, ਹੋਰ ਵੀ ਇਦਾਂ ਦੀਆਂ ਕਈ ਮੰਗਾਂ ਜਿਹੜੀਆਂ ਸਰਕਾਰ ਨੂੰ ਦਿੱਤੀਆਂ ਗਈਆਂ ਉਹ ਤਾਂ ਮੰਨੀਆਂ ਨਹੀਂ ਗਈਆਂ। ਹੁਣ ਜਿਹੜਾ 6ਵਾਂ ਪੇ ਕਮਿਸ਼ਨ ਹੈ, ਇਹਨੇ ਇਸ ਤਰੀਕੇ ਨਾਲ ਪੇਸ਼ ਕੀਤਾ ਵਾ ਜਿਵੇਂ ਨਾ ਪਿੱਛੇ ਕੋਈ ਲੱਗਾ ਹੁੰਦਾ ਹੈ, ਰਾਤੋਂ ਰਾਤ ਹੀ ਗਜ਼ਟ ਪੇਸ਼ ਕਰ ਦਿੱਤਾ। ਇਸ ਤੋਂ ਪਹਿਲੇ ਮੀਟਿੰਗ ਲਈ, ਮੀਟਿੰਗ ਦੇ ਵਿੱਚ ਮੰਨਿਆ ਔਰ ਉਸ ਮੰਨਣ ਤੋਂ ਬਾਅਦ ਕੋਈ ਰਿਪੇਅਰ ਨਹੀਂ ਕੀਤੀ, ਕੋਈ ਉਹਦੇ ਵਿੱਚ ਸੁਧਾਰ ਨਹੀਂ ਕੀਤਾ ਤੇ ਚੁੱਕ ਕੇ ਤੇ ਰਾਤੋਂ ਰਾਤ ਹੀ ਗਜ਼ਟ ਦੇ ਵਿੱਚ ਰਿਪੋਰਟ ਪੇਸ਼ ਕੀ ਦਿੱਤੀ। ਇਹਨਾਂ ਨੇ ਤੁਹਾਡੇ ਜਿਹੜੇ ਸਕੇਲ ਵਧਾਉਣ ਦੀ ਬਜਾਏ ਘਟਾਤੇ ਆ? ਯੈਸ, ਬਿਲਕੁਲ ਘਟਾ ਦਿੱਤੇ ਆ, ਬਿਲਕੁਲ ਘਟਾ ਦਿੱਤੇ ਆ, ਜਿਹੜੇ ਕਿ ਸਾਨੂੰ ਨਾ ਮਨਜ਼ੂਰ ਹੈ। ਸ਼ਾਇਦ ਪੰਜਾਬ ਦੇ ਇਤਿਹਾਸ ਪਹਿਲੀ ਵਾਰੀ ਹੋਇਆ ਜਾਂ ਇਸ ਤੋਂ ਪਹਿਲੇ ਵੀ ਇਸ ਤਰ੍ਹਾਂ ਕਦੀ ਹੋਇਆ? ਨਾ ਜੀ ਨਾ, ਪਹਿਲੇ ਕਦੀ ਨਹੀਂ ਹੋਇਆ। ਲਿਟਲ ਬਿਟ ਬੈਨੀਫਿਟ ਤਾਂ ਹੁੰਦਾ ਹੀ ਸੀ ਔਰ ਹੋਣਾ ਵੀ ਚਾਹੀਦਾ। 10 ਸਾਲ ਤੋਂ ਬਾਅਦ ਪੇ ਕਮਿਸ਼ਨ ਪੈਂਦਾ ਹੈ ਤੇ 10 ਸਾਲਾਂ ਬਾਅਦ ਹਰ ਮੁਲਾਜ਼ਮ ਨੂੰ ਇੱਕ ਆਸ ਹੁੰਦੀ ਹੈ, ਕਿਉਂਕਿ ਮਹਿੰਗਾਈ ਛੜੱਪੇ ਮਾਰ ਕੇ ਵੱਧਦੀ ਹੈ। ਇਸ ਕਰਕੇ ਹਰ ਨੂੰ ਉਮੀਦ ਹੁੰਦੀ ਹੈ ਕਿ ਸਾਡਾ ਸਕੇਲ ਵਧੇਗਾ ਤਾਂ ਚਲੋ ਘਰ ਦਾ ਗੁਜ਼ਾਰਾ ਜਿਹੜਾ ਚੰਗੀ ਤਰੀਕੇ ਨਾਲ ਚੱਲ ਜਾਂਦਾ ਵਾ, ਕਿਉਂਕਿ ਇਹ ਸੇਵਾ ਦਾ ਕਿੱਤਾ ਨਹੀਂ ਰਹਿ ਗਿਆ। ਹੁਣ ਇਹ ਸੇਵਾ ਦਾ ਕਿੱਤਾ ਹੀ ਨਹੀਂ ਰਹਿ ਗਿਆ, ਇਹਦੇ ਵਿੱਚ ਸਾਡੇ ਜਿਹੜੇ ਟੱਬਰ ਪਲਦੇ ਨੇ, ਇਹ ਹੁਣ ਸਾਡਾ ਪ੍ਰੋਫੈਸ਼ਨ ਬਣ ਗਿਆ ਵਾ। ਇਹਦੇ ਵਿੱਚ ਸਾਨੂੰ ਆਪਣੀ ਤਨਖਾਹ ਦੇ ਵੱਲ ਵੀ ਧਿਆਨ ਦੇਣਾ ਪੈਂਦਾ ਵਾ, ਕਿਉਂਕਿ ਅਸੀਂ ਇਹੋ ਜਿਹੀਆਂ ਬਿਮਾਰੀਆਂ ਨਾਲ ਜੂਝਦੇ ਆ ਜਿਹੜੀਆਂ ਬਿਮਾਰੀਆਂ ਅਸੀਂ ਘਰ ਵੀ ਲੈ ਕੇ ਜਾਂਦੇ ਆ। ਕਰੋਨਾ 'ਚ ਤੁਹਾਨੂੰ ਵੀ ਲੱਗਦਾ ਵੀ ਸਰਕਾਰ ਨੇ ਕਰੋਨਾ ਦਾ ਨਾਮ ਦਿੱਤਾ? ਦੇਖੋ ਜੀ, ਕਰੋਨਾ ਦੇ ਵਾਸਤੇ ਤਾਂ ਸਰਕਾਰ ਨੇ ਆਪਣੇ ਨੰਬਰ ਬਣਾਉਣੇ ਹੀ ਸੀਗੇ। ਕੁਝ ਪੇਸ਼ੈਂਟ ਵੀ ਸੀਗੇ, ਕੁਝ ਸਰਕਾਰ ਦੇ ਨੰਬਰ ਵੀ ਬਣਦੇ ਆ। ਸਰਕਾਰ ਨੂੰ ਮਰੇ ਪੇ ਕਮਿਸ਼ਨ ਨੇ ਤੁਹਾਡੇ ਪੈਸੇ ਘਟਾਏ ਆ, ਇਹ ਕਰੋਨਾ ਦਾ ਇਨਾਮ ਦਿੱਤਾ ਤੁਹਾਨੂੰ? ਬਿਲਕੁਲ ਉਹਨੇ ਇਸ ਪਰ ਕਰੋਨਾ ਦਾ ਕੀ, ਇੱਥੇ ਤੇ ਹਰ ਬਿਮਾਰੀ ਜਿਹੜੀ ਆਉਂਦੀ ਹੈ ਅਸੀਂ ਹਰ ਬਿਮਾਰੀ ਨਾਲ ਲੜਦੇ ਆ। ਕਦੀ ਸਰਕਾਰ ਨੂੰ ਨਾ ਨਹੀਂ ਕੀਤੀ, ਨਾ ਕਰ ਸਕਦੇ ਆ, ਕਿਉਂਕਿ ਸਾਡਾ ਪ੍ਰੋਫੈਸ਼ਨ ਹੈ। ਭਾਵੇਂ ਕੋਈ ਡਿਊਟੀ ਕਰੇ ਭਾਵੇਂ ਕੋਈ ਨਾ ਕਰੇ, ਨਰਸਿਸ ਆਪਣੀ ਡਿਊਟੀ ਤੇ ਜ਼ਰੂਰ ਹਾਜ਼ਰ ਹੋਣ। ਤੁਹਾਡੀ ਅੱਜ ਸਿਰਫ ਪੰਜਾਬ ਪੱਧਰ ਤੇ ਹੜਤਾਲ ਹੈ ਜਾਂ ਸਿਰਫ ਤੁਸੀਂ ਅੰਮ੍ਰਿਤਸਰ 'ਚ ਹੜਤਾਲ ਕਰ ਰਹੇ ਹੋ? ਨਹੀਂ ਜੀ, ਪੰਜਾਬ ਪੱਧਰ ਤੇ ਹੜਤਾਲ ਹੈ। ਕੋਈ ਵੀ ਇਹੋ ਜਿਹਾ ਹਸਪੀਟਲ ਨਹੀਂ ਹੈ ਜਿੱਥੇ ਹੜਤਾਲ ਨਾ ਹੋਵੇ। ਕੀ ਤੁਸੀਂ ਸਿਹਤ ਸੇਵਾਵਾਂ ਠੱਪ ਕੀਤੀਆਂ, ਵਾਰਡਾਂ 'ਚ ਕੰਮ ਬੰਦ ਹੈ ਜਾਂ ਚੱਲ ਰਿਹਾ? ਨਹੀਂ ਜੀ, ਹਾਲੇ ਤੇ 2 ਘੰਟੇ ਵਾਸਤੇ ਬੰਦ ਕੀਤੀਆਂ ਤੇ ਸਰਕਾਰ ਨੂੰ ਹੋਸ਼ ਦਿਵਾਉਣ ਲਈ ਕਰਨ ਡਏ ਆ, ਕਿਉਂਕਿ ਇੰਨੇ ਸਾਰੇ ਮਰੀਜ਼ ਜਿਹੜੇ ਅੰਦਰ ਪਏ ਨੇ, ਸਾਡੀ ਕੌਨਸ਼ੀਅਸ ਅਲਾਉ ਨਹੀਂ ਕਰਦੀ ਕਿ ਅਸੀਂ ਕਿਸੇ ਮਰੀਜ਼ ਨੂੰ ਕਸ਼ਟ ਦੇਈਏ ਜਾਂ ਉਹ ਦੁਖੀ ਹੋਵੇ, ਕਿਉਂਕਿ ਅਸੀਂ ਉਹਨਾਂ ਦੇ ਮਰੀਜ਼ਾਂ ਦੇ ਸਿਰ ਤੇ ਹੀ ਸਾਡੀ ਰੋਟੀ ਚੱਲਦੀ ਹੈ। ਅਸੀਂ ਸਰਕਾਰ ਨੂੰ ਚੇਤਾਵਨੀ ਬੜੀ ਵਾਰ ਦਿੱਤੀ ਹੈ, ਪਰ ਹੁਣ ਸਰਕਾਰ ਨੂੰ ਚੇਤਾਵਨੀ ਨਹੀਂ ਦੇਣੀ। ਹੁਣ ਅਸੀਂ ਸਰਕਾਰ ਨੂੰ ਫੜਨਾ ਹੈ, ਹੁਣ ਅਸੀਂ ਸਰਕਾਰ ਨੂੰ ਘੇਰਨਾ ਹੈ, ਹੁਣ ਨਹੀਂ ਅਸੀਂ ਸਰਕਾਰ ਨੂੰ ਛੱਡਣਾ। ਨਰਸਾਂ ਸਟਾਫ ਸਾਰਾ ਹੜਤਾਲ ਤੇ, ਟੀਚਰ ਡਾਂਗਾ ਖਾ ਰਹੇ ਹੈ, ਫਾਰਮਰ ਸੜਕ ਤੇ ਹੈ, ਤੇ ਤੁਹਾਨੂੰ ਕੀ ਕਾਰਗੁਜ਼ਾਰੀ ਲੱਗਦੀ ਸਰਕਾਰ ਦੀ? ਸਰਕਾਰ ਦੀ ਕੀ ਕਾਰਗੁਜ਼ਾਰੀ ਲੱਗ ਰਹੀ ਤੁਹਾਨੂੰ? ਸਰਕਾਰ ਤੇ ਨਲਾਇਕ ਹੈ, ਸਰਕਾਰ ਤੇ ਨਲਾਇਕ ਹੈ। ਵਿੱਤ ਮੰਤਰੀ ਸਭ ਤੋਂ ਨਲਾਇਕ। ਇਹ ਵਿੱਤ ਮੰਤਰੀ ਕਦੀ ਜ਼ਿੰਦਗੀ 'ਚ ਨਹੀਂ ਆਉਣਾ ਚਾਹੀਦਾ। ਇਹ ਵਿੱਤ ਮੰਤਰੀ ਸਭ ਤੋਂ ਨਲਾਇਕ ਸਾਬਿਤ ਹੋਇਆ। ਸਭ ਤੋਂ ਨਲਾਇਕ ਵਿੱਤ ਮੰਤਰੀ, ਸਭ ਤੋਂ ਨਲਾਇਕ ਵਿੱਤ ਮੰਤਰੀ। ਵਿੱਤ ਮੰਤਰੀ ਨੇ ਲੈ ਕੇ ਜੀ
ਨਹੀਂ ਜੀ, ਸਰਕਾਰ ਤਾਂ ਸਾਰੀ ਨਲਾਇਕ ਹੈ ਕਿਉਂਕਿ ਇਹਨਾਂ ਨੇ ਚੱਜ ਦਾ ਕੰਮ ਕੋਈ ਨਹੀਂ ਜੇ ਕੀਤਾ। ਪਰ ਜਿਹੜਾ ਢਿੱਡ ਭਰਨ ਵਾਲਾ ਸਾਡਾ ਕੰਮ ਹੈ ਨਾ, ਅਸੀਂ ਦੂਜਾ ਕੰਮ ਵੀ ਨਹੀਂ ਨਾਲ ਕਰ ਸਕਦੇ, ਫਰਲੇ ਕੱਢ ਦਿੰਦੇ ਨੇ। ਕਿਤੇ ਸਰਕਾਰ ਦਾ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਕਿਦਾਂ? ਸਰਕਾਰ ਦਾ ਖਜ਼ਾਨਾ ਖਾਲੀ ਹੈ ਕਦੋਂ ਨਹੀਂ, ਪਰ ਲੜਾਈ ਇਹਨਾਂ ਦੀ ਹਮੇਸ਼ਾ ਚੱਲਦੀ ਹੈ, ਮੈਂ ਆਣਾ ਮੈਂ ਆਣਾ ਮੈਂ ਆਣਾ, ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ। ਜੇ ਵੋਟਾਂ ਲੈਣੀਆਂ ਨੇ, ਖਜ਼ਾਨਾ ਖਾਲੀ ਹੈ, ਤਾਂ ਫਿਰ ਸਾਡੇ ਤੇ ਆਂਦੇ ਕਾਹਦੇ ਲਈ ਰਾਜ ਕਰਨ ਵਾਸਤੇ? ਜੇ ਇਹਨਾਂ ਦੇ ਪੱਲੇ ਕੱਖ ਨਹੀਂ ਹੈ ਤਾਂ ਕਿਉਂ ਰਾਜ ਕਰ ਰਹੇ ਨੇ? ਤੁਸੀਂ ਕਦੋਂ ਤੱਕ ਕਹਿੰਦੇ ਹੋ ਵੀ ਸਰਕਾਰ ਨੇ ਤੁਹਾਡੀ ਮੰਗਾਂ ਨਾ ਮੰਨੀਆਂ ਤਾਂ ਹੜਤਾਲ ਕਰ ਦਿਓ? ਹੋਰ ਕਹੂੰਗੀ, ਇਹਨਾਂ ਦੀ ਨਲਾਇਕੀ ਕਰਕੇ ਖਜ਼ਾਨਾ ਖਾਲੀ ਹੈ ਕਿਉਂਕਿ ਇਹਨਾਂ ਦੀਆਂ ਕੋਠੀਆਂ ਪੈ ਗਈਆਂ, ਇਹਨਾਂ ਦੀਆਂ ਕਾਰਾਂ ਦੇ ਚੱਕੇ ਮੋਟੇ ਹੋ ਗਏ, ਇਹਨਾਂ ਦੇ ਬੱਚਿਆਂ ਦੇ ਫੋਰਨਾਂ ਦੇ ਵਿੱਚ ਘੁੰਮਣ ਦੇ ਐਸ਼ਾਂ ਕਰਨ ਡਏ ਨੇ। ਇਹ ਸਾਰਾ ਜਿਹੜਾ ਪੈਸਾ ਹੈ ਉਹ ਸਾਡੇ ਕੋਲ ਕੱਢਣ ਦੇ। ਸਾਡੇ ਟੈਕਸ ਕਦੀ ਮਾਫ ਕੀਤੇ ਆ ਸਰਕਾਰ ਨੇ? ਸਾਡੇ ਕੋਲ ਜਿਹੜਾ ਬਣਦਾ ਹੱਕ ਹੈ, ਜਿਹੜੇ ਟੈਕਸ ਲੈਣੇ ਆ ਲੈਂਦੀ नहीं सरकार, ਅਸੀਂ ਦਿੰਦੇ ਨਹੀਂ। ਕਿਹੜਾ ਨਹੀਂ ਦੇਣ ਦਿਆ? ਅਸੀਂ कि इनकी ये सड़कों पर उतर आए हैं, इनका कहना है कि अगर सरकार जो चेतावनी दे दी है, हमारी मांगे नहीं मानी तो सेहत सफाई ठप कर दी जाएंगी। की नाम है जी ਤੁਹਾਡਾ? ਮੇਰਾ ਨਾਮ ਨਿਸ਼ਾਨ ਸਿੰਘ ਭੁੱਲਰ ਹੈ ਜੀ। ਮੈਂ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ ਮੈਡੀਕਲ ਕਾਲਜ ਤੋਂ। ਭੁੱਲਰ ਸਾਹਿਬ, ਲਗਾਤਾਰ ਤੁਹਾਡੀਆਂ ਡਿਮਾਂਡਸ ਹੈਗੀਆਂ, ਅੱਜ ਤੁਸੀਂ ਇੱਥੇ ਬੈਠ ਗਏ ਹੋ, ਗਰਮੀ ਬਹੁਤ ਜ਼ਿਆਦਾ ਹੈ, ਤੇ ਕੀ ਸਰਕਾਰ ਦੀ ਤੁਸੀਂ ਹੁਣ ਕਿਸ ਮੂਡ 'ਚ ਹੋ ਸਰਕਾਰ ਦੇ ਨਾਲ? ਦੇਖੋ ਜੀ, ਅਸੀਂ ਇਸ ਮੂਡ 'ਚ ਅਸੀਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਨੂੰ ਤਿਆਰ ਹਾਂ। ਜੇ ਸਰਕਾਰ ਨੇ ਸਾਡੀ ਕੋਈ ਸੁਣਾਈ ਨਾ ਕੀਤੀ ਤੇ ਅਸੀਂ ਇਸ ਤੋਂ ਅੱਗੇ ਵੀ ਕੋਈ ਹੋਰ ਵੀ ਜੋ ਸਾਡੀ ਜਥੇਬੰਦੀ ਪ੍ਰੋਗਰਾਮ ਦੇਗੀ ਉੱਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਕੀ ਲੱਗਦਾ ਵੀ ਸਰਕਾਰ ਨੇ ਤੁਹਾਡੀਆਂ ਕਿਉਂ ਕੱਚੇ ਮੁਲਾਜ਼ਮ ਪੱਕੇ ਨਹੀਂ ਕਰ ਰਹੇ ਤੇ ਤੁਹਾਡੇ ਜੇ ਘਟਾਤੇ ਹੈ, ਹੋਰ ਕੀ ਡਿਮਾਂਡਸ ਹੈ, ਤੇ ਇਹ ਲੰਮੇ ਸਮੇਂ ਤੋਂ ਤੁਹਾਡੀਆਂ ਡਿਮਾਂਡਸ ਹੈ, ਪੂਰੀਆਂ ਕਿਉਂ ਨਹੀਂ ਹੋ ਰਹੀਆਂ? ਸਰ, ਇਹ ਸਰਕਾਰ ਦੀ ਨਲਾਇਕੀ ਹੈ, ਸਾਡੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਦੂਸਰੀ ਗੱਲ ਕਿ ਮੈਂ ਖੁਦ ਲੈਬੋਰੇਟਰੀ 'ਚ ਕੰਮ ਕਰਦਾ। ਮੈਂ ਲਾਸਟ ਈਅਰ 2 ਸਤੰਬਰ 'ਚ ਕੰਮ ਕਰਦਿਆਂ ਕਰੋਨਾ ਪੋਜ਼ਿਟਿਵ ਹੋ ਗਿਆ ਸੀ। ਉਹ ਮੈਨੂੰ ਸਾਡੀ ਸਾਰੀ ਫੈਮਿਲੀ ਕਰੋਨਾ ਕਰਕੇ ਅਫੈਕਟਡ ਹੋਈ ਆ। ਪਰ ਸਰਕਾਰ ਨੇ ਸਾਨੂੰ ਸਹੂਲਤਾਂ ਦੇਣ ਦੀ ਬਜਾਏ, ਰਿਸਕ ਅਲਾਊਂਸ ਦੇਣ ਦੀ ਬਜਾਏ ਜੋ ਸਾਨੂੰ ਰੈਂਟ ਫ੍ਰੀ ਅਕੋਮੋਡੇਸ਼ਨ ਦਿੰਦੀ ਸੀ ਉਹ ਵੀ ਵਾਪਸ ਲੈ ਲਈ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੇ ਸਾਡੀਆਂ ਮੰਗਾਂ ਜੋ ਸਾਡੀਆਂ ਡਿਮਾਂਡਸ ਸੀਗੀਆਂ ਉਹ ਵਾਪਸ ਜੇ ਨਾ ਲਈਆਂ ਸਰਕਾਰ ਨੇ ਤੇ ਅਸੀਂ ਇਸ ਤੋਂ ਤੇਜ਼ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ, ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਕੀ ਨਾਮ ਹੈ ਭੈਣ ਜੀ ਤੁਹਾਡਾ? ਮੇਰਾ ਨਾਮ ਲਖਵਿੰਦਰ ਕੌਰ ਸਮਰਾ ਤੇ ਮੈਂ ਨਰਸਿੰਗ ਐਸੋਸੀਏਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਹਾਂ। ਤੁਹਾਨੂੰ ਕੀ ਲੱਗਦਾ ਹੈ, ਅੱਜ ਤੁਸੀਂ ਨਰਸਾਂ ਨੇ ਇੱਕ ਤੇ ਕਰੋਨਾ ਨਾਲ ਜੰਗ ਲੜੀ ਹੈ, ਹੁਣ ਤੁਸੀਂ ਫਿਰ ਸੜਕਾਂ ਤੇ ਜੰਗ ਲੜ ਰਹੇ ਹੋ? ਇੱਥੇ ਬਿਨਾਂ ਜੰਗ ਤੋਂ ਤੇ ਕਦੀ ਕੁਝ ਮਿਲਦਾ ਨਹੀਂ। ਜੇ ਕੱਲ ਅਸੀਂ ਕਰੋਨਾ ਨਾਲ ਲੜੇ ਸੀ ਤੇ ਅਸੀਂ ਜਿੱਤੇ ਆ, ਤੇ ਜੇ ਅੱਜ ਸਰਕਾਰ ਨਾਲ ਲੜਾਂਗੇ ਤੇ ਅਸੀਂ ਡੈਫੀਨੇਟਲੀ ਜਿੱਤਾਂਗੇ। ਸਰਕਾਰ ਨੇ ਹਮੇਸ਼ਾ ਹਰ ਮੁਲਾਜ਼ਮ ਨਾਲ, ਹਰ ਵਰਗ ਨਾਲ ਧੱਕਾ ਕੀਤਾ ਹੈ। ਸਰਕਾਰ ਆਪਣੇ ਵਾਸਤੇ ਕਿਉਂ ਨਹੀਂ ਖਜ਼ਾਨਾ ਖਾਲੀ ਹੁੰਦਾ? ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਹੁੰਦਾ ਉਦੋਂ ਉਹਨਾਂ ਦੇ ਬਹੁਤ ਵੱਡੇ ਵੱਡੇ ਵਾਅਦੇ ਹੁੰਦੇ ਨੇ, ਬਹੁਤ ਵੱਡੇ ਵੱਡੇ ਵਾਅਦੇ ਉਹਨਾਂ ਨੇ ਮੁਲਾਜ਼ਮਾਂ ਵਾਸਤੇ, ਆਪਣੇ ਆਮ ਪਬਲਿਕ ਵਾਸਤੇ ਉਹਨਾਂ ਨੇ ਕੀਤੇ ਹੁੰਦੇ। ਪਰ ਜਦੋਂ ਹੀ ਇਹ ਸੱਤਾ ਦੇ ਵਿੱਚ ਆਉਂਦੇ ਆ, ਇਹ ਸਰਕਾਰ ਬਣਾਉਂਦੇ ਆ ਆਪਣੀ, ਤੇ ਇਹਨਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ। ਕੀ ਗੱਲ, ਇਹਨਾਂ ਦੇ ਖਜ਼ਾਨੇ ਜਿਹੜੇ ਆ ਆਪਣੇ ਵਾਸਤੇ ਖਾਲੀ ਨਹੀਂ ਹੁੰਦੇ? ਆਪਣੇ EMPLOYE, ਆਪਣੇ MLAs, ਆਪਣੇ MPs ਵਾਸਤੇ ਇਹਨਾਂ ਦੇ ਖਜ਼ਾਨੇ ਖਾਲੀ ਨਹੀਂ ਹੁੰਦੇ? ਉਹਨਾਂ ਨੂੰ ਤੇ ਕਦੀ ਉਹਨਾਂ ਦੀਆਂ ਪੈਨਸ਼ਨਾਂ ਨਹੀਂ ਕੱਟਦੇ। 5 ਸਾਲ ਉਹ ਕਾਰਜਕਾਲ ਕਰਕੇ ਉਸ ਤੋਂ ਬਾਅਦ ਉਹਨਾਂ ਦੀ ਸਾਰੀ ਉਮਰ ਵਾਸਤੇ ਪੈਨਸ਼ਨ ਲੱਗਦੀ। ਇੱਕ MLA, ਇੱਕ MP 6-6, 7-7 ਪੈਨਸ਼ਨਾਂ ਲੈ ਰਿਹਾ। ਕੀ ਗੱਲ, ਉਸ ਨਾਲ ਖਜ਼ਾਨੇ ਖਾਲੀ ਨਹੀਂ ਹੁੰਦੇ? ਇਹ ਸਰਕਾਰ, ਇਹ ਸਾਨੂੰ ਮੁਲਾਜ਼ਮਾਂ ਨੂੰ ਪੁਰਾਣੀਆਂ ਪੈਨਸ਼ਨਾਂ ਨਹੀਂ ਦਿੰਦੇ, ਨਵੀਆਂ ਪੈਨਸ਼ਨਾਂ ਦੇ ਰਹੇ ਨੇ। ਕਿਉਂ ਦੇ ਰਹੇ ਨੇ? ਸਾਡੇ ਵਾਸਤੇ ਖਜ਼ਾਨੇ ਖਾਲੀ ਨੇ। ਪਰ ਅਸੀਂ ਇਹ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਇਕੱਠੇ ਹੋਏ ਹਾਂ, ਤੇ ਜੇ ਸਰਕਾਰ ਇਸ ਤਰ੍ਹਾਂ ਨਹੀਂ ਜਾਗੇਗੀ, ਸਾਨੂੰ ਸਾਡੀ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਆ ਸਾਡੇ ਅਨੁਸਾਰ ਨਹੀਂ ਦੇਗੀ, ਜੇ ਸਾਨੂੰ ਇਹਨਾਂ ਨੇ ਫਾਇਦਾ ਨਹੀਂ ਦੇਣਾ ਤੇ ਮੁਲਾਜ਼ਮਾਂ ਨੂੰ ਨੁਕਸਾਨ ਵੀ ਕੀ ਦੇ ਰਹੇ ਨੇ? ਇਹ ਕਿਉਂ ਬਾਰ-ਬਾਰ ਰਿਪੀਟ ਨਿਊਜ਼ ਦੇ ਰਹੇ ਨੇ? ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ, ਮੁਲਾਜ਼ਮਾਂ ਵਿੱਚ ਕਿਹੜੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ? A ਕਲਾਸ ਤੋਂ ਲੈ ਕੇ 4th ਕਲਾਸ ਤੱਕ ਹਰ ਬੰਦਾ ਇਸ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਆ ਉਸ ਤੋਂ ਦੁਖੀ ਹੈਗਾ। ਫਿਰ ਸਰਕਾਰ ਇਸ ਸੱਤਾ ਵਿੱਚ ਕਿਉਂ ਆ? ਆਪਣੇ ਪ੍ਰਮੋਸ਼ਨ, ਆਪਣੇ ਇਹ ਅਹੁਦੇ ਤੋਂ ਅਸਤੀਫੇ ਦੇਣ। ਮਨਪ੍ਰੀਤ ਬਾਦਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇ ਜੇ ਉਹ ਕਹਿੰਦਾ ਮੇਰਾ ਖਜ਼ਾਨਾ ਖਾਲੀ, ਮੈਂ ਕੁਝ ਆਮ ਪਬਲਿਕ ਵਾਸਤੇ ਕਰ ਨਹੀਂ ਸਕਦਾ, ਮੇਰੇ ਕੋਲ ਇਹੀ ਕੁਛ ਆ, ਤੇ ਫਿਰ ਮਨਪ੍ਰੀਤ ਬਾਦਲ ਦਾ ਸੱਤਾ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ। ਕੱਲਾ ਮਨਪ੍ਰੀਤ ਬਾਦਲ ਹੀ ਦੋਸ਼ੀ ਹੈ? ਵੇਖੋ ਜੀ, ਦੋਸ਼ੀ ਤਾਂ ਸਾਰੀ ਸਰਕਾਰ ਵਾ, ਸਾਰੇ ਮਿਲ ਕੇ ਸਰਕਾਰ ਬਣਾਉਂਦੇ ਨੇ। ਪਰ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਆ ਉਹ ਤੇ ਮਨਪ੍ਰੀਤ ਬਾਦਲ ਨੇ ਹੀ ਆਪਣੇ ਅਨੁਸਾਰ ਜੋ ਜਾਰੀ ਕੀਤੀ ਆ। ਇਸ ਵਿੱਚ ਮੁੱਖ ਹੱਥ ਮੈਂ ਤੇ ਕਹਾਂਗੀ ਕਿ ਕੈਪਟਨ ਸਾਹਿਬ ਤੋਂ ਬਾਅਦ ਮਨਪ੍ਰੀਤ ਬਾਦਲ ਜੀ ਦਾ ਮੁੱਖ ਹੱਥ ਵਾ, ਜਿਨ੍ਹਾਂ ਨੇ ਹਰ ਵਰਗ ਦੇ ਮੁਲਾਜ਼ਮ ਨੂੰ ਨਿਰਾਸ਼ ਕੀਤਾ ਵਾ। ਨਰਸਾਂ ਅੱਗੇ ਵੀ ਲੜੀਆਂ ਸੀ ਆਪਣੀ ਲੜਾਈ, ਹੱਕ ਦੀ ਲੜਾਈ ਵਾਸਤੇ ਟੈਂਕੀ ਤੇ ਚੜ੍ਹਨਾ ਪਿਆ ਸੀਗਾ। ਕੀ ਇਸ ਵਾਰੀ ਕੋਈ ਨਰਸਾਂ ਦਾ ਸੰਘਰਸ਼ ਤੇਜ਼ ਹੋਏਗਾ? ਵੇਖੋ, ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਵੀ ਅਸੀਂ ਕੀ ਕਰ ਸਕਦੇ ਹਾਂ। ਜੇ ਅਸੀਂ ਆਪਣੀ ਜਾਨ ਨਾਲ ਖੇਡ ਕੇ ਮਰੀਜ਼ਾਂ ਦੀ ਜਾਨ ਬਚਾ ਸਕਦੇ ਹਾਂ ਤੇ ਅਸੀਂ ਆਪਣੇ ਹੱਕ ਲੈਣ ਵਾਸਤੇ ਆਪਣੀਆਂ ਜਾਨਾਂ ਵੀ ਦੇ ਸਕਦੇ ਹਾਂ। ਇਹਨਾਂ ਨੇ ਸਾਡੇ ਪ੍ਰੋਫੈਸ਼ਨ ਨੂੰ ਵੰਡੀਆਂ ਵਿੱਚ ਵੰਡਤਾ, ਕਦੀ ਪੁਰਾਣੀ ਪੈਨਸ਼ਨ ਵਾਲੇ, ਨਵੀਂ ਪੈਨਸ਼ਨ ਵਾਲੇ, ਸੈਂਟਰ ਸਕੇਲ ਦੇ ਅਕੋਰਡਿੰਗਲੀ। ਹੁਣ ਜੇ ਇਹਨਾਂ ਨੇ ਸੈਂਟਰ ਸਕੇਲ ਦੇ ਅਕੋਰਡਿੰਗਲੀ ਨਵੇਂ 2020 ਦੇ ਵਿੱਚ ਸਾਡੇ ਨਵੇਂ EMPLOYE ਭਰਤੀ ਕੀਤੇ ਨੇ, ਇਹਨਾਂ ਨਾਲ 44,900 ਰੁਪਏ ਦਾ ਵਾਅਦਾ ਕਰਕੇ ਇਹਨਾਂ ਨੂੰ 29,200 ਰੁਪਏ ਦੇ ਰਹੀ ਆ। ਜੇ ਸਰਕਾਰ ਨੂੰ ਪਤਾ ਵਾ ਵੀ ਸਾਡਾ ਖਜ਼ਾਨਾ ਖਾਲੀ ਆ, EMPLOYE ਕਿਉਂ ਭਰਨ ਦੇ? ਲੋਕਾਂ ਨਾਲ ਵਾਅਦੇ ਕਿ ਲੋਕਾਂ ਨੂੰ ਝੂਠਾ ਇੱਕ ਦਿਲਾਸਾ ਕਿਉਂ ਦਿੰਦੇ? ਜੇ ਸਾਡੀਆਂ ਸਿਹਤ ਸੇਵਾਵਾਂ ਇੰਨੀਆਂ ਵਧੀਆ ਨੇ, ਕਿਹੜੀਆਂ ਸਿਹਤ ਸੇਵਾਵਾਂ ਅਸੀਂ ਦੇ ਰਹੇ ਹਾਂ। ਇੰਨੇ ਸਟਾਫ ਘੱਟ ਦੀ ਸ਼ਾਰਟੇਜ ਵਿੱਚ ਅਸੀਂ ਆਪਣੀ ਕੋਵਿਡ ਡਿਊਟੀਆਂ ਇੰਨੀ ਇਮਾਨਦਾਰੀ ਨਾਲ ਨਿਭਾਈਆਂ ਨੇ। ਅਸੀਂ ਆਪਣੇ ਘਰਾਂ ਦੇ ਵਿੱਚ ਕੋਵਿਡ ਲੈ ਕੇ ਗਏ। ਸਾਡੇ ਜਿਹੜੇ
ਘਰ ਦੇ ਫੈਮਿਲੀ ਮੈਂਬਰਸ ਦੀ ਉਹਨਾਂ ਨੂੰ ਕੋਵਿਡ ਹੋਇਆ ਤੇ ਮੇਰੀਆਂ ਕਈ ਭੈਣਾਂ ਦੇ ਜਿਹੜੇ ਫੈਮਿਲੀ ਮੈਂਬਰਸ ਉਹਨਾਂ ਦੀ ਡੈਥ ਵੀ ਇਸ ਦੌਰਾਨ ਹੋ ਗਈ। ਸਾਨੂੰ ਫੁੱਲਾਂ ਦੀ ਵਰਖਾ ਜਾਂ ਫੁੱਲਾਂ ਦੇ ਹਾਰ ਨਹੀਂ ਚਾਹੀਦੇ, ਸਾਨੂੰ ਸਾਡੇ ਬਣਦੇ ਹੱਕ ਚਾਹੀਦੇ ਨੇ। ਸਰਕਾਰ ਸਾਡੇ ਬਣਦੇ ਹੱਕ ਦੇਵੇ। ਅਸੀਂ ਇੰਨੇ ਲੋਕ ਇੱਥੇ ਇਕੱਠੇ ਹੋਏ ਹਾਂ, ਅਸੀਂ ਕੋਈ ਘਰੋਂ ਕੱਢੇ ਨਹੀਂ ਹੋਏ, ਅਸੀਂ ਕੋਈ ਮੈਂਟਲੀ ਅਨਹੈਲਦੀ ਨਹੀਂ ਹੈਗੇ ਜਿਹੜੇ ਇੱਥੇ ਆ ਕੇ ਇੰਨੀ ਗਰਮੀ ਵਿੱਚ बैठे हुए हैं। देखिए, इनका कहना है कि यदि सरकार कुछ दे नहीं सकती, उन्हें छीनने का भी कोई अधिकार नहीं है। हमारे साथ है तालमेल पैरामेडिकल के जो प्रधान हैं नरिंदर सिंह, इनसे बात करते हैं। नरिंदर जी, ਤੁਹਾਨੂੰ ਕੀ ਲੱਗਦਾ ਕਿ ਹਰ ਵਾਰੀ ਦਰਜਾ 4 ਕਰਮਚਾਰੀ ਨੂੰ ਸੰਘਰਸ਼ ਕਰਨਾ ਪੈਂਦਾ ਹੈ? ਇਸ ਵਾਰੀ ਨਰਸਾਂ, ਰੇਡੀਓਗ੍ਰਾਫਰ, ਫਾਰਮਾਸਿਸਟ ਸਾਰੇ ਤੁਹਾਡੇ ਨਾਲ ਨੇ ਤੇ ਤੁਹਾਡੀਆਂ ਦੇਖੋ ਮੇਨ ਡਿਮਾਂਡਸ ਜਿਹੜੀਆਂ ਉਹ ਤੇ ਉਹਨਾਂ ਨੇ ਦੱਸਿਆ ਹੈ ਪੇ ਕਮਿਸ਼ਨ ਹੈ ਤੇ ਸਰਕਾਰਾਂ ਦਾ ਰਵੱਈਆ ਨਕਾਰਾਤਮਕ ਰਹਿੰਦਾ ਹਮੇਸ਼ਾ ਹੀ ਮੁਲਾਜ਼ਮਾਂ ਦੇ ਪੱਖੇ। ਦੇਖੋ ਜੀ, ਸਰਕਾਰ ਪਹਿਲਾਂ ਵੀ ਰਹੀ ਹੋਈ ਤੇ ਜਾਂ ਮੌਜੂਦਾ ਸਰਕਾਰ ਰਹੀ ਹੋਵੇ, ਸਰਕਾਰਾਂ ਤੇ ਲੋਕਾਂ ਨੂੰ ਲੱਗਦਾ ਬਦਲ ਗਈਆਂ ਨੇ, ਲੇਕਿਨ ਸਰਕਾਰ ਦੀਆਂ ਪਾਲਿਸੀਆਂ ਨਹੀਂ ਬਦਲ ਰਹੀਆਂ। ਸਰਕਾਰ ਨੇ ਆਪ ਤਾਂ ਸਰਕਾਰ ਪੈਨਸ਼ਨਾਂ ਲੈ ਰਹੀ ਹੈ, ਪਰ ਜਿਹੜੇ ਮੁਲਾਜ਼ਮ ਨਵੇਂ ਭਰਤੀ ਕੀਤੇ ਗਏ ਨੇ ਸਰਕਾਰ ਉਹਨਾਂ ਨੂੰ ਪੈਨਸ਼ਨ ਨਹੀਂ ਦੇ ਰਹੀ। 11 ਸਾਲ ਤੋਂ ਕੱਚੇ ਕਾਮੇ ਪੱਕੇ ਕਰ ਰਹੇ, ਜਿਨ੍ਹਾਂ ਦੀ ਉਮਰ ਦਰਾਜ ਹੋ ਗਏ ਨੇ, ਬਜ਼ੁਰਗ ਹੋ ਗਏ ਨੇ, ਜਿਨ੍ਹਾਂ ਨੇ ਕਰੋਨਾ ਮਹਾਮਾਰੀ 'ਚ ਕੰਮ ਕੀਤਾ। ਸਰਕਾਰ ਨੇ ਕਿਹਾ ਸੀ ਰੈਗੂਲਰ ਕਰਾਂਗੇ, ਪਰ ਸਰਕਾਰ ਨੇ ਉਹਨਾਂ ਰੈਗੂਲਰ ਨਹੀਂ ਕੀਤਾ ਗਿਆ। ਸੋ ਉਹਦੇ ਨਾਲ ਦੀ ਨਾਲ ਜਿਹੜਾ ਪੇ ਕਮਿਸ਼ਨ ਲਾਗੂ ਸਰਕਾਰ ਕਰਨ ਜਾ ਰਹੀ ਹੈ, ਉਸ ਪੇ ਕਮਿਸ਼ਨ ਲੋਕਾਂ ਦੀ ਤਨਖਾਹਾਂ ਸਰਕਾਰ ਕਹਿੰਦੀ ਵੀ ਇਹਨਾਂ ਬਜਟ ਪੈ ਗਿਆ, ਨਹੀਂ, ਇਹਨਾਂ ਦੇ ਨਾਲ ਤਨਖਾਹਾਂ ਘਟਣੀਆਂ ਵਧਣੀਆਂ ਨਹੀਂ। ਉਹਦਾ ਕਾਰਨ ਇਹ ਆ ਵੀ ਸਰਕਾਰ ਨੇ ਬਹੁਤ ਸਾਰੇ ਪੱਤੇ ਖਤਮ ਕਰ ਦਿੱਤੇ ਗਏ ਨੇ। ਇਹਦੇ ਨਾਲ ਦੀ ਨਾਲ ਜੇ ਸਰਕਾਰ ਨੇ ਨਾ ਮੁਲਾਜ਼ਮਾਂ ਦੀ ਹੁਣ ਵੀ ਗੱਲ ਨਾ ਸੁਣੀ, ਸਮੁੱਚਾ ਰੇਡੀਓਗ੍ਰਾਫਰ, ਫਾਰਮਾਸਿਸਟ, ਟੈਕਨੀਸ਼ੀਅਨ, ਰੇਡੀਓਗ੍ਰਾਫਰ, ਦਰਜਾ 4 ਸਮੁੱਚੇ ਲੈਬੋਰੇਟਰੀ ਟੈਕਨੀਸ਼ੀਅਨ ਇੱਕ ਪਲੇਟਫਾਰਮ ਤੇ ਆ ਗਏ ਨੇ। ਜੇ ਸਰਕਾਰ ਨੇ ਹੁਣ ਵੀ ਨਾ ਕਰੋਨਾ ਵਾਰੀਅਰ ਦੀ ਗੱਲ ਨਾ ਸੁਣੀ, ਆਉਣ ਵਾਲੀ ਵਿਧਾਨ ਸਭਾ ਚੋਣਾਂ 'ਚ ਸਰਕਾਰ ਨੂੰ ਇਹਦਾ ਸਿੱਟਾ ਭੁਗਤਣਾ ਪਏਗਾ। ਫਿਰ ਤੁਸੀਂ ਕੀ ਕਾਂਗਰਸ ਦਾ ਬਾਈਕਾਟ ਕਰਕੇ ਅਕਾਲੀ ਦਲ ਨੂੰ ਵੋਟਾਂ ਪਾਓਗੇ? ਨਹੀਂ, ਅਸੀਂ ਅਕਾਲੀ ਦਲ ਨੂੰ ਕਦੀ ਵੋਟ ਨਹੀਂ ਪਾਵਾਂਗੇ। ਅਸੀਂ ਮੌਜੂਦਾ ਸਰਕਾਰ ਕੋਈ ਰਹੀ ਹੋਵੇ, ਭਾਵੇਂ ਅਕਾਲੀ, ਬੀਜੇਪੀ ਰਹੀ ਹੋਵੇ, ਕਾਂਗਰਸ ਰਹੀ ਹੋਵੇ, ਉਹਦੇ ਖਿਲਾਫ ਝੰਡਾ ਮਾਰਚ ਕਰਕੇ ਗਲੀਆਂ 'ਚ ਲੋਕਾਂ ਨੂੰ ਦੱਸਾਂਗੇ ਵੀ ਇਹ ਸਰਕਾਰ ਲੋਕ ਵਿਰੋਧੀ, ਜਿਹੜੇ ਕਹਿੰਦੀ ਘਰ ਨੌਕਰੀ ਦੇਵਾਂਗੇ, ਨੌਕਰੀ ਦਿੱਤੀ ਨਹੀਂ। ਸਰਕਾਰ ਨੇ ਨੌਕਰੀਆਂ ਖੋਈਆਂ ਨੇ, ਸਰਕਾਰ ਨੇ ਮੁਲਾਜ਼ਮਾਂ ਧੋਖਾ ਕੀਤਾ ਵਾ। ਇਸ ਕਰਕੇ ਇਹਦੇ ਖਿਲਾਫ ਸਮੁੱਚੇ ਪੰਜਾਬ ਦੇ ਅੰਦਰ 7 ਤੇ 8 ਤਰੀਕ ਨੂੰ ਅਸੀਂ ਜਿਹੜਾ ਰੋਸ ਮਾਰਚ ਕਰ ਰਹੇ ਹਾਂ। 29 ਤਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਵੱਲ ਪਟਿਆਲੇ 'ਚ ਕੂਚ ਕਰਕੇ ਸਰਕਾਰ ਨੂੰ ਜਗਾਵਾਂਗੇ। ਜਿਹੜੀ ਸਰਕਾਰ ਸੋਨੀਆ ਗਾਂਧੀ ਨਾਲ ਭੱਜਿਆ ਫਿਰਦਾ, ਰਾਹੁਲ ਗਾਂਧੀ ਨਾਲ ਭੱਜੇ ਫਿਰਦੇ ਆ, ਉਹ ਦੱਸਾਂਗੇ ਵੋਟਾਂ ਜਿਹੜੀਆਂ ਇਹਨਾਂ ਲੋਕਾਂ ਨੇ ਪਾਣੀਆਂ, ਨਾ ਰਾਹੁਲ ਗਾਂਧੀ ਨੇ ਪਾਣੀ, ਨਾ ਸੋਨੀਆ ਗਾਂਧੀ ਨੇ ਪਾਣੀ ਹੈ। ਐਨਪੀਏ ਨੂੰ ਲੈ ਕੇ ਡਾਕਟਰ ਜਿਹੜੇ ਸੀ ਉਹ ਵੀ ਹੜਤਾਲ ਤੇ ਸੀਗੇ, ਤੁਹਾਨੂੰ ਸਮਰਥਨ ਦੇ ਰਹੇ ਆ? ਦੇਖੋ, ਡਾਕਟਰ ਐਨਪੀਏ ਲੈ ਕੇ ਹੜਤਾਲ ਤੇ ਗਏ ਆ, ਪਰ ਡਾਕਟਰਾਂ ਨੇ ਆਪਣਾ ਹੜਤਾਲ ਕੀ ਕਰਨਾ ਸਾਨੂੰ ਨਹੀਂ ਪਤਾ, ਵਾਪਸ ਲੈ ਲਈ ਹੈ। ਪਰ ਅਸੀਂ, ਤੁਸੀਂ ਤੁਹਾਨੂੰ ਦੇਖਿਆ ਨਾ ਭੰਡਾਰੀ ਸਾਹਿਬ, ਅਸੀਂ ਲਗਾਤਾਰ ਕਰੋਨਾ ਮਹਾਮਾਰੀ ਦੇ ਵਿੱਚ ਵੀ ਜਿਹੜੇ ਲੋਕਾਂ ਦੇ ਖਾਤਰ ਸੜਕਾਂ ਤੇ ਉਤਰੇ ਆ ਤੇ ਆਪਣੇ ਹੱਕਾਂ ਲਈ ਜਾਗਦੇ ਰਹੇ ਆ। ਅਸੀਂ ਕਦੀ ਨਹੀਂ ਬੈਠੇ ਪਾਏ ਸਰਕਾਰ ਕੋਈ ਰਹੀ ਹੋਵੇ। ਸਰਕਾਰ ਆਪਣੇ ਘਰ ਭਰੀ ਜਾਂਦੀ ਹੈ ਵੀ ਆਪਣੀਆਂ ਪੈਨਸ਼ਨਾਂ ਵੀ ਵਧਾ ਲਓ, ਆਪਣੀਆਂ ਤਨਖਾਹਾਂ ਵੀ ਵਧਾ ਲਓ, ਤੇ ਮੁਲਾਜ਼ਮ ਨੂੰ ਦੇਣ ਦੀ ਜਦੋਂ ਗਰੀਬ ਜਨਤਾ ਦੀ ਵਾਰੀ ਆਉਂਦੀ ਹੈ ਉਦੋਂ ਇਹਨਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ। ਕੋ ਸਰਕਾਰ ਦੇ ਖਜ਼ਾਨੇ ਜਦੋਂ ਗਰੀਬ ਲੋਕਾਂ ਲਈ ਹੁੰਦੇ ਆ, ਮੁਲਾਜ਼ਮਾਂ ਸਰਕਾਰ ਦੇ ਖਜ਼ਾਨੇ ਖਾਲੀ ਹੁੰਦੇ ਆ। ਆਪ ਮਹਿੰਗੀਆਂ ਗੱਡੀਆਂ, ਮਹਿੰਗੀਆਂ ਆਲੋਚਨ ਕਾਰਾਂ ਲੈਣ ਲਈ ਸਰਕਾਰ ਕੋਲ ਪੈਸਾ ਹੈਗਾ, ਤਨਖਾਹਾਂ ਵਧਾਉਣ ਲਈ ਹੈਗਾ, ਪੈਸਿਆਂ ਲਈ ਹੈਗਾ, ਘਰ 'ਚ ਪਰੋਣਾਚਾਰੀ ਲੌਂਸ ਲਈ ਹੈਗਾ। ਹਰ ਤਰ੍ਹਾਂ ਸਰਕਾਰ ਕੋਈ ਆਪਣਾ ਭੱਤੇ ਦੇ ਕੱਟ 1 ਰੁਪਏ ਦਾ ਲਾਉਂਦੀ, ਸਿਰਫ ਮੁਲਾਜ਼ਮਾਂ ਵੱਲ 200 ਰੁਪਈਆ ਜੱਜੀਆ ਟੈਕਸ ਸਰਕਾਰ ਨੇ ਹੱਥ ਤੇ ਲਾ ਕੇ ਸਰਕਾਰ ਸਾਡੇ ਕੋਲ ਟੈਕਸ ਲੈ ਰਹੀ ਹੈ। ਕੀ ਨਾਮ ਹੈ ਭੈਣ ਜੀ ਤੁਹਾਡਾ? ਮੇਰਾ ਨਾਮ ਪਲਵਿੰਦਰ ਕੌਰ, ਮੈਂ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਹਾਂ। ਤੇ ਪ੍ਰਧਾਨ ਜੀ, ਜਿਵੇਂ ਇਹਨਾਂ ਨੇ ਦੱਸਿਆ ਵੀ ਅਸੀਂ ਡਿਮਾਂਡ, ਤੁਹਾਡਾ ਹੋਰ ਕੁਝ ਕਹਿਣਾ ਹੋਵੇ ਇਸ ਤੋਂ ਇਲਾਵਾ? ਹਾਂਜੀ, ਅਸੀਂ ਨਰਸਿੰਗ ਐਸੋਸੀਏਸ਼ਨ ਦੇ ਮੈਂਬਰ ਔਰ ਯੂਨੀਅਨ। ਨਹੀਂ, ਤੁਹਾਡਾ ਕਹਿਣਾ ਕੀ ਹੈ? ਯੂਨੀਅਨ ਤਾਂ ਠੀਕ ਹੈ, ਤੁਹਾਡਾ ਕਹਿਣਾ ਕੀ ਹੈ? ਜੋ ਇਹਨਾਂ ਨੇ ਕਿਹਾ ਵੀ ਸਰਕਾਰ ਆਪਣੇ ਜਦੋਂ ਭੱਤੇ ਵੀ ਵਧਾ ਲੈਂਦੀ ਹੈ, ਆਪਣੀਆਂ ਪੈਨਸ਼ਨ ਵੀ ਵਧਾ ਲੈਂਦੀ, ਜਦੋਂ ਮੁਲਾਜ਼ਮਾਂ ਨੂੰ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਕਹਿ ਦਿੰਦੇ ਖਜ਼ਾਨਾ ਖਾਲੀ, ਜਾਂ ਉਹਨਾਂ ਦੇ ਕੱਟ ਲਾਏ ਜਾਂਦੇ। ਸਰਕਾਰ ਦੇ ਹਾਥੀ ਦੇ ਦੰਦ ਹੁੰਦੇ ਆ, ਖਾਣ ਲਈ ਹੋਰ, ਦਿਖਾਉਣ ਲਈ ਹੋਰ। ਸਰਕਾਰ ਮੁਲਾਜ਼ਮਾਂ ਨੂੰ ਤਾਂ ਕੁਝ ਦੇਣਾ ਨਹੀਂ ਚਾਹੁੰਦੀ। ਆਉਂਦਿਆਂ ਹੀ ਇਹ ਸਰਕਾਰ ਨੇ ਸਾਡੇ ਤੇ ਜਜੀਆ ਟੈਕਸ ਲਾਇਆ ਸੀ 200 ਰੁਪਏ, ਡਿਵੈਲਪਮੈਂਟ ਟੈਕਸ ਕਹਿ ਗਏ, ਜੋ ਕਿ ਗਲਤ ਸੀਗਾ। ਮੁਲਾਜ਼ਮ ਨਹੀਂ ਇਹ ਟੈਕਸ ਦੇ ਸਕਦੇ। ਤੁਹਾਡੀ ਲੜਾਈ ਕਿੱਥੇ ਤੱਕ ਚੱਲੇਗੀ? ਸਾਡੀ ਲੜਾਈ ਜਿੰਨਾ ਚਿਰ ਸਾਡੀਆਂ ਡਿਮਾਂਡ ਪੂਰੀਆਂ ਨਹੀਂ ਹੁੰਦੀਆਂ, ਸਾਡੀ ਲੜਾਈ ਚੱਲੇਗੀ, ਕਿਉਂਕਿ ਅਸੀਂ ਕਰੋਨਾ ਵਰਗੀ ਮਹਾਮਾਰੀ ਵਿੱਚ ਸਭ ਤੋਂ ਅੱਗੇ ਨਰਸਿੰਗ ਸਟਾਫ ਹੁੰਦਾ ਔਰ ਸਫਾਈ ਸੇਵਕ ਹੁੰਦੇ ਆ। ਹਜੇ ਹੜਤਾਲ ਤੁਸੀਂ ਚੇਤਾਵਨੀ ਦਿੱਤੀ ਵੀ ਜੇ ਤੁਸੀਂ ਅੱਜ ਜਿਵੇਂ 2 ਘੰਟੇ ਦੀ ਹੜਤਾਲ ਕੀਤੀ ਹੈ ਤੇ ਲੰਬੀ ਹੜਤਾਲ ਵੀ ਖਿੱਚ ਸਕਦੀ ਹੈ? ਅਸੀਂ ਅਜੇ ਮਰੀਜ਼ਾਂ ਦੇ ਮੁੱਦੇ ਨੂੰ ਮੁੱਖ ਰੱਖ ਕੇ 2 ਘੰਟੇ ਕਰ ਰਹੇ ਹਾਂ ਜਾਂ 2 ਦਿਨ ਕਰ ਰਹੇ ਹਾਂ, ਪਰ ਜੇ ਸਾਡੀਆਂ ਮੰਗਾਂ ਸਰਕਾਰ ਨੇ ਇਸੇ ਤਰ੍ਹਾਂ ਲਟਕਾਈਆਂ ਤੇ साड़ी लगातार हर स्ट्राइक हो सकती है, तीखा संघर्ष करेंगे। देखिए, इनका कहना है कि हम संघर्ष करने से पीछे नहीं हटेंगे। सरकार जब जनता को देने की बारी आती तो सरकार का खजाना खाली हो जाता है। अपने लिए इनके पास सब कुछ है, भत्ते भी हैं, हर चीज़ है। गुरु नानक देव ओपीडी अस्पताल की ओपीडी के बाहर ये लोग बैठे हुए हैं। इनका कहना है कि यदि सरकार ने हमारी मांगें नहीं मानी और हमारी जो है भत्ते जिसमें कमी की गई है उन्हें बहाल नहीं किया गया, कच्चे कर्मचारियों को पक्का नहीं किया गया, तो सड़कों पर उतरेंगे, आंदोलन तेज करेंगे। अमृतसर से D4 न्यूज़ के लिए दीपक भंडारी की खास रिपोर्ट।